ਲਾਈਵ ਪੰਜਾਬੀ ਟੀਵੀ ਦੇ ਨਾਲ ਤੁਸੀਂ ਜੁੜੇ ਹੋ ਤੇ ਮੈਂ ਹਾਂ ਤੁਹਾਡੇ ਨਾਲ ਨੀਹਾ। ਖਬਰ ਪੰਜਾਬੀ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ ਹੈ ਤੇ ਅੱਜ ਦੀਆਂ ਕੁਝ ਖਾਸ ਖਬਰਾਂ ਦੇ ਨਾਲ ਤੁਹਾਨੂੰ ਜਾਣੂ ਕਰਵਾਵਾਂਗੇ। ਪਰ ਆਓ ਉਸ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਸੁਰਖੀਆਂ ਤੇ। ਭਾਰਤ ਵਿਸ਼ਵ ਦੇ ਵਿਕਾਸ 'ਚ ਹਰ ਸੰਭਵ ਮਦਦ ਦੇ ਲਈ ਤਿਆਰ, ਪੀਐਮ ਨਰਿੰਦਰ ਮੋਦੀ। ਪੰਜਾਬ 'ਚ ਪੈਟਰੋਲ 92 ਤੇ ਡੀਜ਼ਲ 90 ਪੈਸੇ ਹੋਇਆ ਮਹਿੰਗਾ। ਆਸਟ੍ਰੇਲੀਆ ਦੇ ਵਿੱਚ ਵਿਆਹ ਤੋਂ ਪਰਤ ਰਹੀ ਬੱਸ ਪਲਟੀ, 10 ਲੋਕਾਂ ਦੀ ਮੌਤ। ਭਾਰਤ ਨੇ 150 ਤੋਂ ਵੱਧ YouTube ਚੈਨਲਾਂ ਤੇ ਵੈਬਸਾਈਟਾਂ ਤੇ ਲਗਾਈ ਪਾਬੰਦੀ। ਆਪ ਨੇ ਪੰਜਾਬ ਇਕਾਈ ਦੇ ਅਹੁਦੇਦਾਰਾਂ ਦਾ ਕੀਤਾ ਐਲਾਨ। ਹੁਣ ਖਬਰਾਂ ਵਿਸਥਾਰ ਦੇ ਨਾਲ। ਪੀਐਮ ਨਰਿੰਦਰ ਮੋਦੀ ਦੇ ਨਾਲ ਖਬਰ ਜੁੜੀ ਹੋਈ ਹੈ ਕਿ ਉਹਨਾਂ ਦੇ ਵੱਲੋਂ ਇੱਕ ਵੀਡੀਓ ਕਾਨਫਰੰਸ ਕੀਤੀ ਗਈ ਹੈ, ਲੋਕਾਂ ਨੂੰ ਸੰਬੋਧਨ ਕੀਤਾ ਗਿਆ ਤੇ ਇਸ ਦੇ ਵਿੱਚ ਜ਼ਿਕਰ ਕੀਤਾ ਗਿਆ ਹੈ ਪੀਐਮ ਮੋਦੀ ਦੇ ਵੱਲੋਂ ਕਿ ਹੁਣ ਜਿਹੜਾ ਭਾਰਤ ਹੈ ਉਹ ਵਿਸ਼ਵ ਦੇ ਵਿੱਚ ਵਿਕਾਸ ਦੇ ਲਈ ਹਰ ਮਦਦ ਦੇ ਲਈ ਹੁਣ ਤਿਆਰ ਹੋ ਚੁੱਕਿਆ ਹੈ। G20 ਕਾਨਫਰੰਸ ਦੇ ਤਹਿਤ ਸੋਮਵਾਰ ਨੂੰ ਵਾਰਾਣਸੀ ਦੇ ਵਿੱਚ ਹੋਈ ਵਿਕਾਸ ਮੰਤਰੀਆਂ ਦੀ ਬੈਠਕ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਕ ਵਿਸ਼ੇਸ਼ ਵੀਡੀਓ ਰਾਹੀਂ ਸੰਬੋਧਨ ਕੀਤਾ। ਪੀਐਮ ਮੋਦੀ ਨੇ ਕਿਹਾ ਕਿ ਵਿਕਾਸ ਨੂੰ ਬਣਾਏ ਰੱਖਣਾ ਸਮੂਹਿਕ ਜ਼ਿੰਮੇਵਾਰੀ ਹੈ। ਭਾਰਤ ਵਿਸ਼ਵ ਦੇ ਵਿਕਾਸ ਦੇ ਵਿੱਚ ਹਰ ਸੰਭਵ ਮਦਦ ਦੇ ਲਈ ਤਿਆਰ ਹੈ। ਭਾਰਤ ਆਪਣੇ ਤਜਰਬੇ ਸਾਂਝੇ ਕਰਨ ਦੇ ਲਈ ਤਿਆਰ ਹੈ। ਸੰਸਾਰ ਨੂੰ ਬਚਾਉਣ ਦੇ ਲਈ ਵਾਤਾਵਰਣ ਵੱਲ ਧਿਆਨ ਦੇਣਾ ਬਹੁਤ ਜ਼ਰੂਰੀ ਹੈ। ਅਸੀਂ ਦਰਿਆਵੀ ਰੁੱਖਾਂ ਦਾ ਸਤਿਕਾਰ ਕਰਦੇ ਹਾਂ। ਗਲੋਬਲ ਸਾਊਥ ਦੇ ਲਈ ਵਿਕਾਸ ਇੱਕ ਪ੍ਰਮੁੱਖ ਮੁੱਦਾ ਹੈ। ਗਲੋਬਲ ਸਾਊਥ ਦੇ ਦੇਸ਼ ਗਲੋਬਲ ਕੋਵਿਡ ਮਹਾਮਾਰੀ ਦੇ ਕਾਰਨ ਹੋਏ ਵਿਘਨ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਨੇ ਤੇ ਭੂ-ਰਾਜਨੀਤਿਕ ਤਣਾਅ ਦੇ ਕਾਰਨ ਭੋਜਨ, ਬਾਲਣ ਅਤੇ ਖਾਦ ਸੰਕਟ ਦੇ ਇੱਕ ਹੋਰ ਝਟਕਾ ਦੇ ਦਿੱਤਾ ਹੈ। ਅਜਿਹੀਆਂ ਸਥਿਤੀਆਂ ਦੇ ਵਿੱਚ ਤੁਸੀਂ ਜੋ ਫੈਸਲਾ ਲੈਂਦੇ ਹੋ ਉਹ ਬਹੁਤ ਹੀ ਮਹੱਤਵਪੂਰਨ ਹੁੰਦਾ ਹੈ। I am delighted that the G20 development agenda has reached Kashi as well. Excellencies, development is a core issue for the global south. The countries of global south were severely impacted by the disruption created by the global COVID pandemic. And the food, fuel and fertilizer crises, because of geopolitical tensions, have delivered another blow. In such circumstances, the decisions you make carry great significance for humanity as a whole. I strongly believe that it is our collective responsibility not to let the sustainable development goals fall behind. We must ensure that no one is left behind. It is imperative for this group to send a strong message to the world that we have an action plan to achieve this. Excellencies, our efforts must be comprehensive, inclusive, fair, and sustainable. We should increase investment in fulfilling the SDGs and find solutions to address the debt risks faced by many countries. Multilateral financial institutions should be reformed to expand the eligibility criteria, ensuring that finance is accessible to those in need. In India, we have made efforts to improve people's life in more than 100 aspirational districts which were pockets of underdevelopment. Our experience shows that they have now emerged as the catalyst of growth in the country. I urge the G20 development ministers to study this model of development.
It may be relevant as you work towards accelerating Agenda 2030. ਪੰਜਾਬ ਤੋਂ ਖਬਰ ਸਾਹਮਣੇ ਆਈ ਹੈ ਜਿੱਥੇ ਕਿ ਕਿਹਾ ਜਾ ਰਿਹਾ ਹੈ ਕਿ ਹੁਣ 4 ਮਹੀਨਿਆਂ ਦੇ ਵਿੱਚ ਦੂਸਰੀ ਵਾਰ ਸਰਕਾਰ ਨੇ ਫੈਸਲਾ ਲਿਆ ਹੈ ਤੇ ਪੈਟਰੋਲ ਡੀਜ਼ਲ ਦੇ ਰੇਟ ਇੱਕ ਵਾਰ ਫਿਰ ਤੋਂ ਵਧਾ ਦਿੱਤੇ ਗਏ ਨੇ। ਪੰਜਾਬ ਸਰਕਾਰ ਨੇ ਵੈਟ ਦੀ ਦਰ ਦੇ ਵਿੱਚ ਵਾਧਾ ਕਰਕੇ ਸੂਬੇ ਦੇ ਲੋਕਾਂ ਨੂੰ ਵੱਡਾ ਝਟਕਾ ਦੇ ਦਿੱਤਾ ਹੈ। ਪੰਜਾਬ ਦੇ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਦੇ ਵਿੱਚ ਵਾਧਾ ਹੋਇਆ ਹੈ। ਪੰਜਾਬ ਸਰਕਾਰ ਦੇ ਵੱਲੋਂ ਕਰੀਬ 1.08% ਦੀ ਵੈਟ ਦਰ ਦੇ ਵਿੱਚ ਵਾਧੇ ਦੇ ਨਾਲ ਪੈਟਰੋਲ ਤਕਰੀਬਨ 92 ਪੈਸੇ ਪ੍ਰਤੀ ਲੀਟਰ ਤੇ ਡੀਜ਼ਲ ਤੇ 1.13% ਦੀ ਵੈਟ ਦੀ ਦਰ ਵਧਾਉਣ ਦੇ ਨਾਲ ਇਹ 90 ਪੈਸੇ ਪ੍ਰਤੀ ਲੀਟਰ ਮਹਿੰਗਾ ਹੋ ਗਿਆ ਹੈ। ਪੰਜਾਬ ਸਰਕਾਰ ਦੇ ਵੱਲੋਂ ਵਧਾਏ ਗਏ ਵੈਟ ਦੀ ਦਰਾਂ ਦੇ ਵਿੱਚ 10% ਦੀ ਸਰਚਾਰਜ ਵੀ ਸ਼ਾਮਿਲ ਹੈ, ਜਿਸ ਤੋਂ ਬਾਅਦ ਹੁਣ ਪੈਟਰੋਲ 98.03 ਰੁਪਏ ਤੋਂ 98.95 ਰੁਪਏ ਅਤੇ ਡੀਜ਼ਲ 88.35 ਤੋਂ 99.25 ਰੁਪਏ ਪ੍ਰਤੀ ਲੀਟਰ ਹੋ ਗਿਆ। ਕੇਂਦਰੀ ਪੈਟਰੋਲੀਅਮ ਮੰਤਰੀ ਹਰਦੀਪ ਸਿੰਘ ਪੁਰੀ ਦਾ ਕਹਿਣਾ ਹੈ ਕਿ ਜੋ ਕੌਮਾਂਤਰੀ ਬਾਜ਼ਾਰ ਦੇ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਸਥਿਰ ਰਹਿੰਦੀਆਂ ਹਨ ਤਾਂ ਤੇਲ ਕੰਪਨੀਆਂ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਘਟਾਉਣ ਬਾਰੇ ਵਿਚਾਰ ਹੋਵੇਗਾ। ਪੈਟਰੋਲ ਦੀਆਂ ਕੀਮਤਾਂ ਤੇ ਹਰਦੀਪ ਪੁਰੀ ਨੇ ਇਹ ਗੱਲ ਵੀ ਆਖੀ ਕਿ ਇਸ ਮੁੱਦੇ ਤੇ ਕੋਈ ਐਲਾਨ ਕਰਨ ਦੀ ਸਥਿਤੀ ਦੇ ਵਿੱਚ ਉਹ ਨਹੀਂ ਨੇ। ਆਸਟ੍ਰੇਲੀਆ ਦੇ ਗ੍ਰੇਟਾ ਤੋਂ ਇੱਕ ਖਬਰ ਸਾਹਮਣੇ ਆਈ ਹੈ ਜਿੱਥੇ ਕਿ ਬੱਸ ਪਲਟਣ ਦੇ ਕਾਰਨ 10 ਲੋਕਾਂ ਦੀ ਮੌਤ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਬਰਾਤ ਵਾਪਸ ਆ ਰਹੀ ਸੀ, ਰਸਤੇ ਦੇ ਵਿੱਚ ਇਹ ਹਾਦਸਾ ਹੋਇਆ ਹੈ, ਬੱਸ ਪਲਟੀ ਹੈ ਜਿਸ ਕਾਰਨ 10 ਲੋਕਾਂ ਦੀ ਮੌਤ ਹੋਈ ਹੈ। ਆਸਟ੍ਰੇਲੀਆ ਦੇ ਸ਼ਹਿਰ ਗ੍ਰੇਟਾ ਦੇ ਵਾਈਨ ਇਲਾਕੇ ਦੇ ਵਿੱਚ ਇੱਕ ਬੱਸ ਪਲਟਣ ਦੇ ਕਾਰਨ ਘੱਟੋ-ਘੱਟ 10 ਲੋਕਾਂ ਦੀ ਮੌਤ ਹੋ ਗਈ ਹੈ ਅਤੇ 25 ਲੋਕ ਜ਼ਖਮੀ ਦੱਸੇ ਗਏ ਨੇ। ਪੁਲਿਸ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ। ਸਹਾਇਕ ਪੁਲਿਸ ਕਮਿਸ਼ਨਰ ਦੇ ਵੱਲੋਂ ਦੱਸਿਆ ਗਿਆ ਕਿ ਬੱਸ ਡਰਾਈਵਰ ਜਿਸ ਦੀ ਉਮਰ 58 ਸਾਲ ਹੈ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਨਾਲ ਹੀ ਕਮਿਸ਼ਨਰ ਦੇ ਵੱਲੋਂ ਇਹ ਗੱਲ ਵੀ ਆਖੀ ਗਈ ਹੈ ਕਿ ਉਸ ਸ਼ਖਸ ਦੇ ਖਿਲਾਫ ਕੇਸ ਵੀ ਦਰਜ ਕਰ ਲਿਆ ਗਿਆ। ਉਹਨਾਂ ਨੇ ਡਰਾਈਵਰ ਤੇ ਲੱਗੇ ਦੋਸ਼ਾਂ ਦੇ ਬਾਰੇ ਵਿਸਥਾਰ ਦੇ ਨਾਲ ਜਾਣਕਾਰੀ ਨਹੀਂ ਦਿੱਤੀ। ਹਾਲਾਂਕਿ ਉਹਨਾਂ ਨੇ ਪੱਤਰਕਾਰਾਂ ਨੂੰ ਕਿਹਾ, ਸਾਡੇ ਕੋਲ ਦੋਸ਼ ਲਗਾਉਣ ਦੇ ਲਈ ਲੋੜੀਂਦਾ ਜਾਣਕਾਰੀ ਹੈ। ਇਹ ਹਾਦਸਾ ਸਿਡਨੀ ਦੇ ਉੱਤਰ ਦੇ ਵਿੱਚ ਗ੍ਰੇਟਾ ਸ਼ਹਿਰ ਦੇ ਵਾਈਨ ਕੰਟਰੀ ਡਰਾਈਵ ਦੇ ਇੱਕ ਚੌਂਕ ਦੇ ਵਿੱਚ ਰਾਤ 11:30 ਵਜੇ ਤੋਂ ਬਾਅਦ ਵਾਪਰਿਆ ਹੈ। ਬੱਸ ਦੇ ਵਿੱਚ ਸਵਾਰ ਲੋਕ ਇੱਕ ਵਿਆਹ ਦੇ ਸਮਾਗਮ ਦੇ ਵਿੱਚ ਸ਼ਾਮਿਲ ਹੋ ਕੇ ਵਾਪਸ ਆ ਰਹੇ ਸੀ। ਉਹਨਾਂ ਨੇ ਦੱਸਿਆ ਕਿ ਇਹ ਹਾਦਸੇ ਦੇ ਵਿੱਚ 25 ਲੋਕ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਦਾਖਲ ਕਰਵਾਇਆ ਗਿਆ ਹੈ। On a very difficult morning and some tragic circumstances. At approximately 11:30 p.m. last night, emergency services were called to the roundabout on Wine Country Drive, just near the Hunter Expressway off-ramp, in relation to a motor vehicle collision. Upon arrival, it was identified that a coach had overturned on that roundabout, and at this stage it appears to be a single vehicle collision. At this stage, there are 10 people confirmed deceased, and a further 25 people have been transported to hospital, and at this stage they have varying injuries. A 58-year-old man, the driver of the coach, was taken to hospital for mandatory testing, and he's now at Cessnock Police Station and currently under arrest. A crime scene has been established, and that scene is currently being forensically examined by both Crash Investigation Unit and Specialist Forensic Police. If there are friends or family of anyone who may have been on that bus, we are still trying to identify all of the people on the bus. They can contact Cessnock Police Station. If there are people with information in relation to the accident, they should contact Crime Stoppers on 1800 333 000. I urge people with information to contact Crime Stoppers rather than Cessnock Police Station in order to leave those lines open for friends and family. Assistant Commissioner, where do police begin with something of this magnitude, trying to support the families? So obviously we've had a large-scale emergency response, and we'll work through the investigative avenues in relation to the accident. But we have family liaison officers who will be assigned to families to work with them and ensure that they have the support and welfare around them that they need. Those who have survived and are injured, are you able to elaborate at all on the nature of the injuries? I understand it was an extremely confronting crash scene. The injuries vary, and I couldn't elaborate accurately on all of those injuries. What's happening at the scene as we speak? So forensic examiners are looking at the scene, and obviously Crash Investigation Unit are doing all of those investigative avenues and processes that they need to undertake. Have the victims been removed from the scene? The deceased have not been removed. And you said the driver is actually under arrest.
He's under arrest, Taken yes. that, action. He's under arrest. He's been the driver of a motor vehicle collision where there have been fatal injuries, and there will be charges pending. What sort of charges are we saying? It's too early. Played a role here? It's too early to go into any of those issues. Assistant Commissioner, I understand it is very early in the investigation, but it is unusual for you to be able to say that he will be facing charges as opposed to being under guard. What information can you provide that would suggest that he will be charged, and why will he be charged? There's sufficient information. He's the driver of a motor vehicle. There's sufficient information for us to establish that there will be charges, but I won't go into the detail about those at this time. I can't comment on the circumstances of the accident. It is far too early. Can you confirm that this was a single vehicle accident? For example, fog, it was very heavy fog here overnight. No other vehicles were involved? Our investigation and information at this stage indicate that it is a single vehicle collision, but obviously as we work through that scene and obtain any other information that's available from witnesses or from what the scene presents, then we will look at all avenues. When did we last see a road crash of this scale in New South Wales? I couldn't tell you, I'm sorry. Do you know that we're saying to doing this commitment that lost their life, 10 people lost their life? Do you fear that might increase? I probably couldn't elaborate on whether it will or won't, but certainly the bus is still on its side and is yet to be righted, and there are also people who are still injured in hospital, at least 2 of which were airlifted, and so there's always a possibility that that number may increase. So there's a potential that people could be still trapped under that bus as you try and work. There is that potential, yes. Earlier reports were suggesting that there was 6 helicopters involved. You're saying that a couple of people were airlifted. Do you know how many people were airlifted from this? It's my understanding that there were 2 people airlifted. There are a number of helicopters in the event that further required airlift, but most people were transported by road. Was it an off-duty paramedic that was first on the scene, and did any of the members from that wedding party travel to the scene when they were aware of what happened? I wasn't here, I can't comment. Assistant Commissioner, I apologise to double back, but you've got 10 families this morning, perhaps more, who've been ripped apart and will be watching this and will be saying, sorry, how on earth did this happen? I understand you're still investigating and you have to right the bus, but there is someone who's going to be charged here. What more can you offer the families? I've already said it, it's a tragic set of circumstances. The number of family members, but broader community who will be impacted by this, you couldn't count. From a policing perspective, our role is to make sure that we undertake a full and thorough investigation to ensure that some comfort may be given to those family members and the public at the conclusion of that investigation and that process. It is very early on, though, in a road crash investigation to be able to state that charges are pending. Is there any further information you can give us about the driver? Is he he's hospitalised? Is he injured? No, he's at Cessnock Police Station currently. Is he injured? I'm not aware. If he was injured, they were very minor injuries. Did his mandatory testing come back negative? I don't have that information at this stage. Have you spoken to any of the first responders who were at the scene? And, have they given you any description of just how horrific this was? Look, I'm aware that it was a confronting and very traumatic scene. Wherever you've got that large-scale incident with that many people, it's going to be difficult for anyone. So our thoughts are with police and all first responders who attended. From a policing perspective, we have suitable welfare processes in place to make sure that our officers receive support and welfare after being confronted with something like this. What's happening at the crash site this morning? Is there's a crane that's being brought in to lift the bus upright? At some stage that will occur, yes. And what else happened? What have the crash investigators told you about what plays out at the scene this morning? I haven't spoken to the crash investigators. Just confirming, if was the Wandin estate that they were coming from? It's my understanding they were at a wedding at Wandin Estate and were travelling to Singleton. How many do we know at this stage are in a critical condition? I can't provide that information. Do we know exactly where in Singleton they were travelling to? No. I understand that they were been at a wedding together. It's my understanding that they were travelling together to Singleton, presumably for their accommodation. Were there any children in the first?
I've not been made aware of any children. I have asked that specifically, and as far as we're aware, there are no children involved. Do you have any indication? Do you have any indication? ਭਾਰਤ ਦੇ ਵਿੱਚ ਹੁਣ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੇ ਵੱਲੋਂ ਇੱਕ ਵੱਡੀ ਕਾਰਵਾਈ ਕੀਤੀ ਗਈ ਹੈ, ਜਿਸ ਦੇ ਤਹਿਤ 150 ਤੋਂ ਵੱਧ YouTube ਚੈਨਲ ਵੈਬਸਾਈਟਾਂ ਬੰਦ ਕਰ ਦਿੱਤੀਆਂ ਗਈਆਂ ਨੇ। ਆਧਾਰਿਤ ਨਿਊਜ਼ ਚੈਨਲਾਂ ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਸਾਲ 2021 ਤੋਂ ਚੱਲ ਰਹੀਆਂ ਇਹਨਾਂ ਵੈਬਸਾਈਟਾਂ ਤੇ ਪਾਬੰਦੀ ਲਗਾਉਣ ਦੇ ਬਾਰੇ ਮੰਤਰਾਲੇ ਦਾ ਕਹਿਣਾ ਹੈ ਕਿ ਅਜਿਹਾ ਇਸ ਦੇ ਲਈ ਕੀਤਾ ਗਿਆ ਕਿਉਂਕਿ ਇਹਨਾਂ ਪਲੇਟਫਾਰਮਾਂ ਤੇ ਪਿਛਲੇ 2 ਸਾਲਾਂ ਤੋਂ ਭਾਰਤ ਵਿਰੋਧੀ ਸਰਗਰਮੀ ਪੇਸ਼ ਕੀਤੀ ਜਾ ਰਹੀ ਸੀ। ਅਧਿਕਾਰੀਆਂ ਦੇ ਮੁਤਾਬਕ ਇਹ ਦੱਸਿਆ ਗਿਆ ਹੈ ਐਕਟ ਦੀ ਧਾਰਾ 69A ਦੀ ਉਲੰਘਣਾ ਕਰਕੇ ਇਹਨਾਂ ਵੈਬਸਾਈਟਾਂ ਅਤੇ ਚੈਨਲਾਂ ਨੂੰ ਹਟਾ ਦਿੱਤਾ ਗਿਆ ਹੈ। ਰਿਪੋਰਟ ਦੇ ਮੁਤਾਬਕ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਪਿਛਲੇ 2 ਸਾਲਾਂ ਤੋਂ ਭਾਰਤ ਵਿਰੋਧੀ ਸਮੱਗਰੀ ਬਣਾਉਣ ਦੇ ਲਈ 150 ਤੋਂ ਵੱਧ ਵੈਬਸਾਈਟਾਂ ਅਤੇ YouTube ਚੈਨਲ ਨੇ, ਜਿਨ੍ਹਾਂ ਦੇ ਵਿੱਚ ਨਿਊਜ਼ ਚੈਨਲ ਵੀ ਹੈ, ਜਿਨ੍ਹਾਂ ਨੂੰ ਕਿ ਹੁਣ YouTube ਤੋਂ ਹਟਾ ਦਿੱਤਾ ਗਿਆ। YouTube ਚੈਨਲ ਜਿਨ੍ਹਾਂ ਨੇ 12.1 ਮਿਲੀਅਨ ਤੋਂ ਵੱਧ ਗਾਹਕ ਸਨ ਤੇ ਉਹਨਾਂ ਤੋਂ ਇਲਾਵਾ ਇਹਨਾਂ ਦੇ ਮਿਲੀਅਨਸ ਦੇ ਵਿੱਚ ਵਿਊਜ਼ ਜਾਂਦੇ ਨੇ, ਉਹਨਾਂ ਸਾਰਿਆਂ ਨੂੰ ਹੁਣ ਭਾਰਤ ਦੇ ਵਿੱਚ ਹਟਾ ਦਿੱਤਾ ਗਿਆ ਹੈ। ਜਿਨ੍ਹਾਂ ਚੈਨਲਾਂ ਨੂੰ ਹਟਾਇਆ ਗਿਆ ਹੈ ਉਹਨਾਂ ਦੇ ਨਾਮ ਵੀ ਦੱਸੇ ਗਏ ਨੇ, ਜਿਨ੍ਹਾਂ ਦੇ ਵਿੱਚ ਖਬਰ ਤੇਜ਼, ਫਲੈਸ਼ ਨਾਓ, ਮੇਰਾ ਪਾਕਿਸਤਾਨ, ਹਕੀਕਤ ਦੀ ਦੁਨੀਆ ਅਤੇ ਆਪਣੀ ਦੁਨੀਆ ਦੇ ਨਾਂ ਆਦਿ ਸ਼ਾਮਲ ਨੇ। 2022 ਦੀਆਂ ਚੋਣਾਂ ਜਿੱਤ ਕੇ ਜਿੱਥੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਤੇ ਉਹਨਾਂ ਦੇ ਵੱਲੋਂ ਲਗਾਤਾਰ ਕਈ ਬਦਲਾਵ ਕੀਤੇ ਜਾ ਰਹੇ ਨੇ ਤੇ ਹੁਣ ਖਬਰ ਸਾਹਮਣੇ ਆਈ ਹੈ ਕਿ ਆਮ ਆਦਮੀ ਪਾਰਟੀ ਦੇ ਵੱਲੋਂ ਪੰਜਾਬ ਇਕਾਈ ਦੇ ਵਿੱਚ ਨਵੀਆਂ ਨਿਯੁਕਤੀਆਂ ਕੀਤੀਆਂ ਗਈਆਂ ਨੇ। ਆਮ ਆਦਮੀ ਪਾਰਟੀ ਦੇ ਵੱਲੋਂ ਪੰਜਾਬ ਇਕਾਈ ਦੇ ਲਈ ਨਵੇਂ ਅਹੁਦੇਦਾਰ ਨਿਯੁਕਤ ਕਰ ਦਿੱਤੇ ਗਏ ਨੇ। ਇਸ ਸੰਬੰਧੀ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਵਧਾਈ ਵੀ ਦਿੱਤੀ ਗਈ ਹੈ। ਸੋਸ਼ਲ ਮੀਡੀਆ ਤੇ ਨਵ ਨਿਯੁਕਤ ਅਹੁਦੇਦਾਰਾਂ ਨੂੰ ਮੁਬਾਰਕਬਾਦ ਦਿੰਦਿਆਂ ਮੁੱਖ ਮੰਤਰੀ ਨੇ ਇਮਾਨਦਾਰੀ ਅਤੇ ਤਨਦੇਹੀ ਦੇ ਨਾਲ ਪੰਜਾਬ ਦੀ ਸੇਵਾ ਕਰਨ ਦੀ ਉਮੀਦ ਵੀ ਜਤਾਈ ਹੈ। ਆਮ ਆਦਮੀ ਪਾਰਟੀ ਨੇ ਬੁਢਲਾਡਾ ਤੋਂ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਨੂੰ ਵੱਡੀ ਜ਼ਿੰਮੇਵਾਰੀ ਸੌਂਪਦਿਆਂ ਆਮ ਆਦਮੀ ਪਾਰਟੀ ਪੰਜਾਬ ਦਾ ਕਾਰਜਕਾਰੀ ਪ੍ਰਧਾਨ ਨਿਯੁਕਤ ਕਰ ਦਿੱਤਾ। ਪ੍ਰਿੰਸੀਪਲ ਬੁੱਧ ਰਾਮ ਲਗਾਤਾਰ 2 ਵਾਰ ਬੁਢਲਾਡਾ ਤੋਂ ਜਿੱਤ ਹਾਸਲ ਕਰ ਚੁੱਕੇ ਨੇ ਅਤੇ ਪਾਰਟੀ ਦੇ ਸੀਨੀਅਰ ਆਗੂਆਂ ਦੇ ਵਿੱਚ ਆਉਂਦੇ ਨੇ। ਇਸ ਤੋਂ ਇਲਾਵਾ ਅਮਨ ਸ਼ੇਰ ਸਿੰਘ ਸ਼ਹਿਰੀ ਕਲਸੀ ਨੂੰ ਉਪ ਪ੍ਰਧਾਨ, ਜਸਵੀਰ ਸਿੰਘ ਰਾਜਾ ਗਿੱਲ ਨੂੰ ਉਪ ਪ੍ਰਧਾਨ, ਜਗਦੀਪ ਸਿੰਘ ਕਾਕਾ ਬਰਾੜ ਨੂੰ ਉਪ ਪ੍ਰਧਾਨ, ਤਰਨਪ੍ਰੀਤ ਸਿੰਘ ਸੁੰਡ ਨੂੰ ਉਪ ਪ੍ਰਧਾਨ, ਜਗਰੂਪ ਸਿੰਘ ਸੇਖਵਾ ਨੂੰ ਜਨਰਲ ਸਕੱਤਰ, ਦਵਿੰਦਰਜੀਤ ਸਿੰਘ ਲਾਡੀ ਨੂੰ ਯੂਥ ਵਿੰਗ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਵਾਹਿਗੁਰੂ ਅਕੈਡਮੀ ਸੁਲਤਾਨਪੁਰ ਲੋਧੀ ਤੋਂ ਭੁਪਿੰਦਰ ਸਿੰਘ। ਅਗਰ ਤੁਸੀਂ UK ਜਾਣਾ ਚਾਹੁੰਦੇ ਆ, ਸਾਨੂੰ ਮਿਲੋ। ਅਸੀਂ ਤੁਹਾਡੇ ਡ੍ਰੀਮਸ ਜਿਹੜੇ ਆ ਪੂਰੇ ਕਰਾਂਗੇ। ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਵਰੀ ਕਰਨ ਦੀ ਨੀਡ ਨਹੀਂ, ਕਿਸੇ ਤਰ੍ਹਾਂ ਦਾ ਪੈਸਾ ਡੁੱਬਣ ਦਾ ਕੋਈ ਡਰ ਨਹੀਂ। ਤੁਸੀਂ ਸਾਡੇ ਨਾਲ ਆ ਕੇ ਸੰਪਰਕ ਕਰੋ। ਸਾਰੇ ਅਸੀਂ ਤੁਹਾਨੂੰ ਫੈਸਿਲਿਟੀਜ਼ ਪ੍ਰੋਵਾਈਡ ਕਰਾਂਗੇ। ਆਫਟਰ ਵੀਜ਼ਾ ਤੁਸੀਂ ਪੇ ਕਰਨਾ ਆ ਐਂਡ ਤੁਸੀਂ ਆਪਣੇ ਡ੍ਰੀਮਸ ਜਿਹੜੇ ਆ ਉਹ ਪੂਰੇ ਕਰ ਸਕਦੇ ਆ। ਉਹ ਚਾਹੇ ਸਟੱਡੀ ਵੀਜ਼ਾ ਨੂੰ ਲੈ ਕੇ ਆ UK ਦੇ, ਚਾਹੇ ਤੁਸੀਂ ਵਿਜ਼ਿਟ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਆ, ਚਾਹੇ ਤੁਸੀਂ ਟੂਰਿਸਟ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਆ। ਤੁਸੀਂ ਸਾਨੂੰ ਆ ਕੇ ਮਿਲੋ ਸੁਲਤਾਨਪੁਰ ਲੋਧੀ ਨੀਅਰ ਬੱਸ ਸਟਾਪ। BSF ਦੇ ਜਵਾਨਾਂ ਦੇ ਵੱਲੋਂ ਪਿੰਡ ਰਾਜੂਕੇ ਦੇ ਵਿੱਚ ਡਰੋਨ ਬਰਾਮਦ ਕੀਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਇਹ ਡਰੋਨ ਜਿਹੜਾ ਹੈ ਉਹ ਜ਼ਮੀਨ ਤੇ ਡਿੱਗਿਆ ਹੋਇਆ ਸੀ ਤੇ BSF ਦੇ ਕੁਝ ਅਧਿਕਾਰੀਆਂ ਦੇ ਵੱਲੋਂ ਇਸ ਡਰੋਨ ਨੂੰ ਜਿਹੜਾ ਦੇਖਿਆ ਗਿਆ ਤੇ ਬਰਾਮਦ ਕੀਤਾ ਗਿਆ, ਜਿਸ ਤੋਂ ਬਾਅਦ ਅੱਗੇ ਦੀ ਕਾਰਵਾਈ ਵੀ ਹੁੰਦੀ ਹੋਈ ਨਜ਼ਰ ਆਈ ਹੈ। BSF ਦੀ 103 ਬਟਾਲੀਅਨ ਦੇ ਜਵਾਨਾਂ ਦੇ ਵੱਲੋਂ ਪਿੰਡ ਰਾਜੂਕੇ ਦੇ ਖੇਤਾਂ ਦੇ ਵਿੱਚ ਡਰੋਨ ਬਰਾਮਦ ਕੀਤਾ ਗਿਆ। ਜਾਣਕਾਰੀ ਦੇ ਅਨੁਸਾਰ ਇਹ ਗੁਰਸੁਖ ਪੁੱਤਰ ਗੁਰਦਿਆਲ ਸਿੰਘ ਵਾਸੀ ਪਿੰਡ ਰਾਜੂਕੇ ਦੇ ਖੇਤਾਂ ਦੇ ਵਿੱਚ ਟੁੱਟੀ ਹਾਲਤ ਦੇ ਵਿੱਚ ਮਿਲਿਆ, ਜੋ ਕਿ ਭਾਰਤ ਪਾਕਿਸਤਾਨ ਸਰਹੱਦ ਦੇ ਨੇੜੇ ਪਿੰਡ ਰਾਜੋਕੀ PS ਖਾਲੜਾ ਨੇੜੇ ਜ਼ਮੀਨ ਤੇ ਕਿਸੇ ਤਕਨੀਕੀ ਨੁਕਸ ਦੇ ਕਾਰਨ ਗਿਰ ਗਿਆ ਸੀ। BSF ਅਧਿਕਾਰੀਆਂ ਦੇ ਵੱਲੋਂ SN ਗੋਸਵਾਮੀ ਕਮਾਂਡੈਂਟ 103 BSF ਹੈੱਡਕੁਆਟਰ ਅਮਰਕੋਟ ਅਤੇ PS ਖਾਲੜਾ ਪੁਲਿਸ ਦੀ ਅਗਵਾਈ ਹੇਠ ਪਿੰਡ ਰਾਜੋਕੇ PS ਖਾਲੜਾ ਵਿਖੇ ਸ਼ਾਮ 5:55 ਵਜੇ ਤੋਂ ਇਸ ਸੰਬੰਧੀ ਜਾਣਕਾਰੀ ਤਲਾਸ਼ੀ ਮੁਹਿੰਮ ਜਿਹੜੀ ਹੈ ਉਹ ਸ਼ੁਰੂ ਕਰ ਦਿੱਤੀ ਗਈ ਹੈ। ਖਾਲੜਾ ਪੁਲਿਸ ਸਟੇਸ਼ਨ ਵਿਖੇ BSF ਵੱਲੋਂ ਪਰਸੋਂ ਰਾਤ 10 ਤਰੀਕ ਨੂੰ ਇੱਕ ਜਿਹੜੀ ਡਰੋਨ ਮੂਵਮੈਂਟ ਆ ਉਹ ਵਾਂ ਤਾਰਾ ਸਿੰਘ ਇੰਟਰਨੈਸ਼ਨਲ ਬਾਰਡਰ ਤੋਂ ਪਾਕਿਸਤਾਨ ਵਾਲੀ ਸਾਈਡ ਤੋਂ ਹੋਈ ਸੀ। ਉਸ ਸੰਬੰਧੀ ਇੱਕ FIR ਨੰਬਰ 56 ਅੰਡਰ ਸੈਕਸ਼ਨ ਜਿਹੜੀ 에ਅਰਕ੍ਰਾਫਟ ਐਕਟ ਦਰਜ ਰਜਿਸਟਰ ਕੀਤਾ ਗਿਆ ਹੈ। ਇਸ ਸੰਬੰਧੀ ਉਸ ਦਿਨ ਵੀ ਤੇ ਨੈਕਸਟ ਡੇ ਵੀ ਕਾਫੀ ਸਰਚ ਆਪਰੇਸ਼ਨ ਜਿਹੜਾ ਬਾਰਡਰ ਤੇ ਚਲਾਇਆ ਗਿਆ ਤੇ ਅੱਜ ਜਿਹੜੀ ਇੱਕ ਸੀਕ੍ਰੇਟ ਇਨਫੋਰਮੇਸ਼ਨ ਮਿਲੀ, ਜਿਸ ਦੇ ਆਧਾਰ ਤੇ BSF ਤੇ ਪੰਜਾਬ ਪੁਲਿਸ ਨੇ ਇੱਕ ਸਾਂਝਾ ਸਰਚ ਆਪਰੇਸ਼ਨ ਚਲਾਇਆ। ਸਰਚ ਦੌਰਾਨ ਜਿਹੜੀ ਰਾਜੋਕੇ ਪਿੰਡ ਦੇ ਗੁਰਮੁਖ ਸਿੰਘ ਦੀ ਜ਼ਮੀਨ ਦੇ ਵਿੱਚੋਂ
ਇੱਕ ਕੁਆਟਰਾ ਕੈਪਟਰ ਜਿਹਦੇ 4 ਪਰ ਹੁੰਦੇ ਨੇ, ਉਹ ਜਿਹੜਾ ਡਰੋਨ ਰਿਕਵਰ ਹੋਇਆ, ਇਹਨੂੰ ਕਬਜ਼ਾ ਪੁਲਿਸ ਦੇ ਵਿੱਚ ਲੈ ਰਿਹਾ ਤੇ ਇਹਦੀ ਫਰਦਰ ਜਿਹੜੀ ਸਰਚ ਆਪਰੇਸ਼ਨ ਕੀਤਾ ਗਿਆ। ਅਜੇ ਤੱਕ ਕੋਈ ਰਿਕਵਰੀ ਨਹੀਂ ਹੋਈ। ਜਿਹੜੀਆਂ ਟੀਮਾਂ BSF ਤੇ ਪੰਜਾਬ ਪੁਲਿਸ ਦੀਆਂ ਲੱਗੀਆਂ ਹੋਈਆਂ ਨੇ ਤੇ ਸਰਚ ਆਪਰੇਸ਼ਨ ਜਾਰੀ ਹੈ ਤੇ ਸੰਭਾਵਨਾ ਹੈ ਕਿ ਇਸ ਸੰਬੰਧੀ ਜਲਦੀ ਕੋਈ ਨਾ ਕੋਈ ਪ੍ਰਾਪਤੀ ਜ਼ਰੂਰ ਹੋਵੇਗੀ। ਲੁਧਿਆਣਾ ਦੇ ਵਿੱਚ ਜੋ ਕੈਸ਼ ਵੈਨ ਲੁੱਟੀ ਗਈ ਸੀ, ਹੁਣ ਉਸ ਮਾਮਲੇ ਦੇ ਵਿੱਚ ਕਾਫੀ ਖੁਲਾਸੇ ਹੁੰਦੇ ਹੋਏ ਨਜ਼ਰ ਆ ਰਹੇ ਨੇ। ਪਹਿਲਾਂ ਜਿੱਥੇ ਦੱਸਿਆ ਗਿਆ ਸੀ ਕਿ 7 ਕਰੋੜ ਦੀ ਲੁੱਟ ਹੋਈ ਹੈ, ਹੁਣ ਉੱਥੇ ਹੀ ਦੱਸਿਆ ਗਿਆ ਕਿ 8.5 ਕਰੋੜ ਦੀ ਲੁੱਟ ਹੋਈ ਹੈ। ਲੁਧਿਆਣਾ ਦੇ ਨਿਊ ਰਾਜਗੁਰੂ ਨਗਰ ਦੇ ਵਿੱਚ ATM ਦੇ ਵਿੱਚ ਨਕਦੀ ਪਾਉਣ ਵਾਲੀ ਇੱਕ ਕੰਪਨੀ ਦੇ ਵਿੱਚ ਹੋਈ ਲੁੱਟ ਦੇ ਬਾਰੇ ਵੱਡਾ ਖੁਲਾਸਾ ਹੋਇਆ ਹੈ। ਪਤਾ ਲੱਗਾ ਹੈ ਕਿ ਇਹ ਲੁੱਟ 7 ਕਰੋੜ ਦੀ ਨਹੀਂ ਸਗੋਂ 8.5 ਕਰੋੜ ਦੀ ਹੈ। ਪੁਲਿਸ ਨੇ 3 ਲੋਕਾਂ ਨੂੰ ਹਿਰਾਸਤ ਦੇ ਵਿੱਚ ਲਿਆ ਹੈ। ਉਧਰ ਹੀ CCTV ਫੁਟੇਜ ਦੇ ਵਿੱਚ ਪੁਲਿਸ ਦੇ ਹੱਥ ਕਈ ਸੁਰਾਗ ਲੱਗੇ ਨੇ। ਪੁਲਿਸ ਨੂੰ ਹੁਣ ਤੱਕ ਕੀਤੀ ਗਈ ਜਾਂਚ ਪੜਤਾਲ ਦੇ ਦੌਰਾਨ ਪਤਾ ਲੱਗਾ ਹੈ ਕਿ ਲੁਟੇਰਿਆਂ ਨੇ ਵਾਰਦਾਤ ਤੋਂ ਪਹਿਲਾਂ ਕਈ ਦਿਨ ਲਗਾਤਾਰ ਕੰਪਨੀ ਦੇ ਦਫ਼ਤਰ ਦੀ ਰੇਕੀ ਕੀਤੀ ਸੀ। ਉਹਨਾਂ ਨੂੰ ਪੂਰੀ ਜਾਣਕਾਰੀ ਸੀ ਕਿ ਕੰਪਨੀ ਦੇ ਵਿੱਚ ਕੈਮਰੇ ਕਿੱਥੇ-ਕਿੱਥੇ ਲੱਗੇ ਹੋਏ ਨੇ ਤੇ ਸਿਕਿਉਰਿਟੀ ਸਿਸਟਮ ਅਤੇ ਸੈਂਸਰ ਸਾਇਰਨ ਕਿੱਥੇ-ਕਿੱਥੇ ਹਨ। ਉਹਨਾਂ ਨੇ ਵਾਰਦਾਤ ਨੂੰ ਅੰਜਾਮ ਦੇਣ ਤੋਂ ਪਹਿਲਾਂ ਸੈਂਸਰ ਸਾਇਰਨ ਦੀਆਂ ਤਾਰਾਂ ਕੱਟ ਦਿੱਤੀਆਂ ਅਤੇ DVR ਬੰਦ ਕਰਕੇ ਆਪਣੇ ਕੋਲ ਰੱਖ ਲਿਆ। ਹੁਣ ਮੌਸਮ ਦੀ ਗੱਲ ਕੀਤੀ ਜਾਵੇ ਤੇ ਪੰਜਾਬ ਸਣੇ ਕਈ ਸੂਬਿਆਂ ਦੇ ਵਿੱਚ ਮੌਸਮ ਕਰਵਟ ਲੈਂਦਾ ਹੋਇਆ ਨਜ਼ਰ ਆ ਰਿਹਾ ਹੈ। ਪਰ ਜਿੱਥੇ ਪੰਜਾਬ ਦੀ ਗੱਲ ਆਉਂਦੀ ਹੈ ਤੇ ਪੰਜਾਬ ਦੇ ਵਿੱਚ 2 ਦਿਨਾਂ ਦਾ ਹੁਣ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਹੁਣ ਤੁਹਾਡੇ ਇਲਾਕਿਆਂ ਦੇ ਵਿੱਚ ਮੀਂਹ ਦੇ ਪੂਰੇ ਚਾਂਸ ਬਣਦੇ ਹੋਏ ਨਜ਼ਰ ਆ ਰਹੇ ਨੇ। ਪੰਜਾਬ ਸਣੇ ਕਈ ਸੂਬਿਆਂ ਦੇ ਵਿੱਚ ਮੌਸਮ ਦਾ ਮਿਜਾਜ਼ ਬਦਲ ਗਿਆ ਹੈ। ਦੂਜੇ ਪਾਸੇ ਮੌਸਮ ਵਿਭਾਗ ਨੇ ਯੈਲੋ ਅਲਰਟ ਵੀ ਜਾਰੀ ਕਰ ਦਿੱਤਾ ਹੈ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਮੌਸਮ ਵਿਭਾਗ ਦੇ ਅਨੁਸਾਰ ਆਉਣ ਵਾਲੇ 4 ਦਿਨਾਂ ਦੌਰਾਨ ਪੰਜਾਬ ਦੇ ਕਈ ਹਿੱਸਿਆਂ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। ਦੱਸਿਆ ਜਾ ਰਿਹਾ ਹੈ ਕਿ ਪੰਜਾਬ ਦੇ ਵਿੱਚ ਮੌਸਮ ਵਿਭਾਗ ਦੇ ਵੱਲੋਂ 12 ਅਤੇ 13 ਜੂਨ ਨੂੰ ਯੈਲੋ ਅਲਰਟ ਜਾਰੀ ਕੀਤਾ ਗਿਆ। ਸ਼ਨੀਵਾਰ ਅਤੇ ਐਤਵਾਰ ਨੂੰ ਪੰਜਾਬ ਦੇ ਕੁਝ ਇਲਾਕਿਆਂ ਦੇ ਵਿੱਚ ਮੀਂਹ ਪੈ ਸਕਦਾ ਹੈ, ਜਦਕਿ 12 ਜੂਨ ਨੂੰ ਤੇਜ਼ ਹਨੇਰੀ ਦੇ ਨਾਲ ਮੀਂਹ ਪੈਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਸੋਮਵਾਰ ਨੂੰ ਪੰਜਾਬ ਦੇ ਜ਼ਿਆਦਾਤਰ ਜ਼ਿਲ੍ਹਿਆਂ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਉੱਤਰ ਪੂਰਬੀ ਰਾਜਾਂ ਦੇ ਵਿੱਚ ਮੌਨਸੂਨ ਦੇ ਆਉਣ ਦੇ ਕਾਰਨ ਮਣੀਪੁਰ, ਨਾਗਾਲੈਂਡ, ਮੇਘਾਲਯ ਅਤੇ ਮਿਜ਼ੋਰਮ ਦੇ ਵਿੱਚ ਅਗਲੇ 3 ਦਿਨਾਂ ਅਤੇ ਅਸਾਮ ਅਤੇ ਅਰੁਣਾਚਲ ਪ੍ਰਦੇਸ਼ ਦੇ ਵਿੱਚ ਅਗਲੇ 5 ਦਿਨਾਂ ਦੇ ਵਿੱਚ ਭਾਰੀ ਤੋਂ ਭਾਰੀ ਮੀਂਹ ਪੈਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਜਿੱਥੇ COVID-19 ਦੀ ਗੱਲ ਕੀਤੀ ਜਾਵੇ ਤੇ ਲਗਾਤਾਰ ਇਹਨਾਂ ਮਾਮਲਿਆਂ ਦੇ ਵਿੱਚ ਵੀ ਹੁਣ ਗਿਰਾਵਟ ਹੁੰਦੀ ਹੋਈ ਨਜ਼ਰ ਆ ਰਹੀ ਹੈ। 2020 ਦੇ ਵਿੱਚ COVID-19 ਆਇਆ ਤੇ ਉਸ ਤੋਂ ਬਾਅਦ ਲਗਾਤਾਰ ਜੋ ਮਾਹੌਲ ਵੱਖ-ਵੱਖ ਦੇਸ਼ਾਂ ਦਾ ਬਣਦਾ ਹੋਇਆ ਨਜ਼ਰ ਆਇਆ ਸੀ ਤੇ ਉਸ ਦੇ ਵਿਚਕਾਰ ਹੁਣ ਇੱਕ ਵਾਰ ਫਿਰ ਤੋਂ ਇਹ ਕੇਸ ਵਧਣੇ ਸ਼ੁਰੂ ਹੋਏ ਸੀ। ਪਰ ਹੁਣ ਦੀ ਗੱਲ ਕੀਤੀ ਜਾਵੇ ਤਾਂ ਇਹਨਾਂ ਕੇਸਾਂ ਦੇ ਵਿੱਚ ਗਿਰਾਵਟ ਹੁੰਦੀ ਹੋਈ ਨਜ਼ਰ ਆਈ ਹੈ। ਭਾਰਤ ਦੇ ਵਿੱਚ COVID-19 ਦੇ ਕੇਸਾਂ ਦੇ ਵਿੱਚ ਦੇਸ਼ ਦੇ ਵਿੱਚ ਇੱਕ ਵਾਰ ਫਿਰ ਤੋਂ ਗਿਰਾਵਟ ਵੇਖਣ ਨੂੰ ਮਿਲੀ ਹੈ। ਸੋਮਵਾਰ ਨੂੰ ਕੇਂਦਰੀ ਸਿਹਤ ਮੰਤਰਾਲੇ ਦੀ ਤਾਜ਼ਾ ਰਿਪੋਰਟ ਦੇ ਆંકੜਿਆਂ ਦੇ ਅਨੁਸਾਰ ਭਾਰਤ ਦੇ ਵਿੱਚ ਕੋਰੋਨਾ ਵਾਇਰਸ ਦੀ ਲਾਗ ਦੇ 92 ਨਵੇਂ ਮਾਮਲੇ ਸਾਹਮਣੇ ਆਏ ਨੇ, ਜਦੋਂ ਕਿ ਕਿਰਿਆਸ਼ੀਲ ਮਾਮਲਿਆਂ ਦੀ ਗਿਣਤੀ ਘਟ ਕੇ ਇਸ ਵੇਲੇ 2350 ਹੋ ਗਈ ਹੈ। ਸਵੇਰੇ 8 ਵਜੇ ਅਪਡੇਟ ਕੀਤੀ ਗਈ ਆંકੜਿਆਂ ਦੇ ਬਾਰੇ ਦੱਸਿਆ ਗਿਆ ਤੇ ਇਹ ਵੀ ਗੱਲ ਆਖੀ ਗਈ ਹੈ ਕਿ ਇੱਕ ਦਿਨ ਦੇ ਵਿੱਚ ਕੋਰੋਨਾ ਦੇ 92 ਮਾਮਲੇ ਸਾਹਮਣੇ ਆਏ ਨੇ। ਇਸ ਦੇ ਨਾਲ ਹੀ ਮਰਨ ਵਾਲਿਆਂ ਦੀ ਗਿਣਤੀ 5,31,000 ਤੋਂ ਵੱਧ ਹੋ ਗਈ ਹੈ। ਕੋਵਿਡ ਦੇ ਕੁੱਲ ਮਾਮਲਿਆਂ ਦੀ ਗਿਣਤੀ ਵੀ 4.49 ਕਰੋੜ ਦਰਜ ਕੀਤੀ ਗਈ ਹੈ। ਸਿਹਤ ਮੰਤਰਾਲੇ ਦੀ ਵੈਬਸਾਈਟ ਦੇ ਅਨੁਸਾਰ ਸਰਗਰਮ ਕੇਸਾਂ ਦੇ ਵਿੱਚ ਹੁਣ ਤੱਕ ਲਾਗਾਂ ਦਾ 0.01% ਸ਼ਾਮਿਲ ਹੈ। ਮੰਤਰਾਲੇ ਦੇ ਅਨੁਸਾਰ ਬਿਮਾਰੀ ਤੋਂ ਠੀਕ ਹੋਣ ਵਾਲੇ ਲੋਕਾਂ ਦੀ ਗਿਣਤੀ ਦੇ ਵਿੱਚ ਵਾਧਾ ਹੋਇਆ ਹੈ। ਰਾਸ਼ਟਰੀ ਕੋਰੋਨਾ ਰਿਕਵਰੀ ਰੇਟ 98.81% ਦਰਜ ਕੀਤਾ ਗਿਆ ਹੈ। ਮੌਤ ਦਰ ਵੀ ਹੁਣ 1.18% ਹੋ ਗਈ ਹੈ। ਮੰਤਰਾਲੇ ਦੀ ਵੈਬਸਾਈਟ ਦੇ ਮੁਤਾਬਿਕ ਦੇਸ਼ ਵਿਆਪੀ ਟੀਕਾਕਰਨ ਮੁਹਿੰਮ ਤਹਿਤ ਦੇਸ਼ ਦੇ ਵਿੱਚ ਹੁਣ ਤੱਕ ਕੋਵਿਡ ਵੈਕਸੀਨ ਦੀਆਂ 220.66 ਕਰੋੜ ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਨੇ। ਭਾਰਤੀ ਹਾਕੀ ਟੀਮ ਦੇ ਵੱਲੋਂ ਪਹਿਲੀ ਵਾਰ ਜੂਨੀਅਰ ਮਹਿਲਾ ਏਸ਼ੀਆ ਕੱਪ ਜਿੱਤਿਆ ਗਿਆ ਹੈ, ਜਿਸ ਤੋਂ ਬਾਅਦ ਵੱਖ-ਵੱਖ ਸਿਆਸਤਦਾਨਾਂ ਦੇ ਵੱਲੋਂ ਵਧਾਈ ਦਿੱਤੀ ਜਾ ਰਹੀ ਹੈ। ਭਾਰਤੀ ਹਾਕੀ ਟੀਮ ਨੇ ਜੂਨੀਅਰ ਮਹਿਲਾ ਏਸ਼ੀਆ ਕੱਪ ਦੇ ਫਾਈਨਲ ਦੇ ਵਿੱਚ 4 ਵਾਰ ਦੀ ਚੈਂਪੀਅਨ ਦੱਖਣੀ ਕੋਰੀਆ ਨੂੰ ਹਰਾ ਕੇ ਇਤਿਹਾਸ ਰਚ ਦਿੱਤਾ ਹੈ। ਫਾਈਨਲ ਮੈਚ ਦੇ ਵਿੱਚ ਭਾਰਤੀ ਟੀਮ ਦੱਖਣੀ ਕੋਰੀਆ ਨੂੰ 2-1 ਦੇ ਨਾਲ ਹਰਾ ਕੇ ਪਹਿਲੀ ਵਾਰ ਏਸ਼ੀਆ ਕੱਪ ਦੀ ਚੈਂਪੀਅਨ ਬਣ ਗਈ ਹੈ। ਜਾਪਾਨ ਦੇ ਕਾਕਾਮਿਗਹਾਰਾ ਦੇ ਵਿੱਚ ਇਹ ਟੂਰਨਾਮੈਂਟ ਦਾ ਫਾਈਨਲ ਮੈਚ ਹੋਇਆ, ਜਿੱਥੇ ਕਿ ਭਾਰਤ ਅਤੇ ਦੱਖਣੀ ਕੋਰੀਆ ਪਹਿਲੇ ਹਾਫ ਦੇ ਵਿੱਚ ਬਰਾਬਰ ਰਹੇ। ਦੋਨੋਂ ਟੀਮਾਂ ਨੇ ਪਹਿਲੇ ਹਾਫ ਦੇ ਵਿੱਚ ਇੱਕ ਗੋਲ ਕੀਤਾ। ਭਾਰਤ ਦੇ ਲਈ ਪਹਿਲਾ ਗੋਲ ਅਨੂ ਤੇ ਦੂਸਰਾ ਨੀਲਮ ਦੇ ਵੱਲੋਂ ਕੀਤਾ ਗਿਆ। ਕੋਰੀਆ ਦੇ ਲਈ ਪਾਕ ਸਿਓਨ ਨੇ ਇੱਕਮਾਤਰ ਗੋਲ ਕੀਤਾ। ਦੱਸ ਦਈਏ ਕਿ ਸੈਮੀਫਾਈਨਲ ਦੇ ਵਿੱਚ ਜਿੱਤ ਦੇ ਨਾਲ ਹੀ ਭਾਰਤੀ ਟੀਮ ਦੇ ਜੂਨੀਅਰ ਵਿਸ਼ਵ ਕੱਪ ਦੇ ਲਈ ਵੀ ਕੁਆਲੀਫਾਇਰ ਕਰ ਲਿਆ ਗਿਆ ਹੈ। ਜੂਨੀਅਰ ਵਿਸ਼ਵ ਕੱਪ ਇਸ ਸਾਲ 29 ਨਵੰਬਰ ਤੋਂ 10 ਦਸੰਬਰ ਤੱਕ ਚਿਲੀ ਦੇ ਵਿੱਚ ਹੋਵੇਗਾ। ਤੇ ਇਹ ਸਨ ਅੱਜ ਦੀਆਂ ਕੁਝ ਖਾਸ ਖਬਰਾਂ ਤੇ ਅਜਿਹੀਆਂ ਖਬਰਾਂ ਲੈ ਕੇ ਰੋਜ਼ਾਨਾ ਤੁਹਾਡੇ ਨਾਲ ਹਾਜ਼ਰ ਹੁੰਦੇ ਰਹਾਂਗੇ। ਤਦ ਤੱਕ ਤੁਸੀਂ ਜੁੜੇ ਰਹੋ ਲਾਈਵ ਪੰਜਾਬੀ ਟੀਵੀ ਦੇ ਨਾਲ।